सत श्री अकाल दोस्तों, मैं जीत हरजीत नरेंद्र सिंह कपूर होरां दा लेख स्वार्थ ਅਤੇ ਪਰਉਪਕਾਰ ਲੈ ਕੇ ਹਾਜ਼ਰ ਹਾਂ। ਮਨੁੱਖ ਨੇ ਆਪਣੇ ਵਿਕਾਸ ਦੇ ਲੰਮੇ ਇਤਿਹਾਸ ਵਿੱਚ ਜਿਹੜੀਆਂ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ, ਉਹਨਾਂ ਵਿੱਚੋਂ ਸਵਾਰਥ ਤੋਂ ਪਰਉਪਕਾਰ ਵੱਲ ਦਾ ਸਫ਼ਰ ਮਨੁੱਖੀ ਜੀਵਨ ਨੂੰ ਵਿਸਤਾਰਨ ਅਤੇ ਵਿਸਥਾਰਨ ਵਿੱਚ ਵਿਸ਼ੇਸ਼ ਤੌਰ 'ਤੇ ਸਹਾਈ ਹੋਇਆ ਹੈ। ਪਰਉਪਕਾਰ ਦੀ ਵਿਰਤੀ ਨਾਲ ਮਨੁੱਖ ਦੇ ਸ਼ੌਂਕ ਵੱਡੇ ਹੋਏ ਹਨ ਅਤੇ ਉਸ ਦੇ ਜੀਵਨ ਵਿੱਚ ਅਮੀਰੀ ਆਈ ਹੈ। ਸੱਭਿਅਤਾ ਅਤੇ ਸੱਭਿਆਚਾਰ ਮਨੁੱਖ ਦੇ ਨਿਰੰਤਰ ਯਤਨਾਂ ਦੀ ਦੇਣ ਹਨ। ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਮਨੁੱਖਤਾ ਦਾ ਵਿਕਾਸ ਵਿਅਕਤੀ ਦੇ ਵਿਕਾਸ ਦਾ ਹੀ ਇਤਿਹਾਸ ਹੈ। ਘੋੜਿਆਂ ਵਿੱਚ ਦੇਸ਼ ਭਗਤੀ ਸੰਭਵ ਨਹੀਂ, ਮੱਝਾਂ ਦੇ ਧਾਰਮਿਕ ਜਜ਼ਬੇ ਦੇ ਕੋਈ ਅਰਥ ਨਹੀਂ, ਬੱਕਰੀਆਂ ਦੀ ਤਿਆਗ ਦਾ ਭਾਵਨਾ ਦਾ ਕੋਈ ਸੰਕਲਪ ਨਹੀਂ, ਪੰਛੀਆਂ ਵਿੱਚ ਪਰਉਪਕਾਰ ਦੀ ਕੋਈ ਭਾਵਨਾ ਨਹੀਂ। ਰੱਬ ਨੇ ਕੁਦਰਤ ਸਿਰਜੀ ਹੈ, ਮਨੁੱਖ ਨੇ ਸਮਾਜ ਸਿਰਜਿਆ ਹੈ। ਲਗਾਤਾਰ ਯਤਨਾਂ ਨਾਲ ਮਨੁੱਖ ਨੇ ਰੱਬ ਦਾ ਡਰ ਦੂਰ ਕਰਕੇ ਰੱਬ ਨੂੰ ਆਪਣਾ ਦੋਸਤ ਬਣਾ ਲਿਆ ਹੈ ਅਤੇ ਹੁਣ ਉਹ ਆਪ ਰੱਬ ਬਣਨ ਦੇ ਯਤਨਾਂ ਵਿੱਚ ਹੈ। ਮਨੁੱਖ ਦੀਆਂ ਮਹਾਨ ਪ੍ਰਾਪਤੀਆਂ ਵਿੱਚੋਂ ਵਟਾਂਦਰੇ ਦਾ ਸੰਕਲਪ ਸਾਡਾ ਉਚੇਚਾ ਧਿਆਨ ਮੰਗਦਾ ਹੈ। ਆਪਣੇ ਲੰਮੇ ਇਤਿਹਾਸ ਵਿੱਚ ਮਨੁੱਖ ਦੇ 3 ਮਹਾਨ ਵਟਾਂਦਰੇ ਸੰਭਵ ਬਣਾਏ ਹਨ: ਇਸਤਰੀਆਂ ਦਾ ਵਟਾਂਦਰਾ, ਵਸਤਾਂ ਦਾ ਵਟਾਂਦਰਾ ਅਤੇ ਸੁਨੇਹਾ ਦਾ ਵਟਾਂਦਰਾ। ਇਸਤਰੀਆਂ ਦਾ ਵਟਾਂਦਰਾ ਮਨੁੱਖੀ ਸਮਾਜ ਦੇ ਸਮੁੱਚੇ ਨਾਤੇਦਾਰੀ, ਸਾਕੇਦਾਰੀ ਜਾਂ ਰਿਸ਼ਤੇਦਾਰੀ ਪ੍ਰਬੰਧਨ ਨੂੰ ਉਸਾਰਨ ਅਤੇ ਨਿਖਾਰਨ ਵਿੱਚ ਸਹਾਈ ਹੋਇਆ ਹੈ। ਹਰ ਸਮਾਜ ਨੇ ਇਸ ਵਟਾਂਦਰੇ ਨੂੰ ਸਵੀਕਾਰ ਕੀਤਾ ਹੈ ਅਤੇ ਅਪਣਾਇਆ ਹੈ। ਜੇ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਵੇ, ਇਹ ਵਟਾਂਦਰਾ ਸਾਡੇ ਜੀਵਨ ਦਾ ਇਤਨਾ ਮਹੱਤਵਪੂਰਨ ਪੱਖ ਹੈ ਕਿ ਇਸ ਦੀ ਗੰਭੀਰਤਾ ਨੂੰ ਗ੍ਰਹਿਣ ਕਰਨ ਦੀ ਅਜੇ ਵੀ ਸਾਡੇ ਵਿੱਚ ਸੋਝੀ ਨਹੀਂ ਆਈ। ਸ਼ਿਕਾਰ ਯੁੱਗ ਵਿੱਚ ਵਿਚਰਦਿਆਂ ਪੁਰਸ਼ਾਂ ਵਿੱਚ ਜਵਾਨ ਇਸਤਰੀ ਦਾ ਸਾਥ ਪ੍ਰਾਪਤ ਕਰਨ ਲਈ ਮਰਨ ਵਾਰਨ ਦਾ ਸੰਘਰਸ਼ ਹੁੰਦਾ ਸੀ। ਅਜਿਹੇ ਸੰਘਰਸ਼ ਵਿੱਚ ਲੱਗਣ ਵਾਲੀ ਸ਼ਕਤੀ ਉਸਾਰੂ ਪਾਸੇ ਲਾਉਣ ਲਈ ਜਵਾਨ ਇਸਤਰੀਆਂ ਨੂੰ ਦੂਜੇ ਘਰ ਦੀ ਜਵਾਨ ਇਸਤਰੀ ਨਾਲ ਵਟਾਉਣ ਦੀ ਪ੍ਰਥਾ ਜਿਸ ਕਿਸੇ ਨੇ ਵੀ ਚਲਾਈ ਹੋਵੇਗੀ, ਉਹ ਸਾਡੇ ਸਤਿਕਾਰ ਦਾ ਹੀ ਨਹੀਂ, ਸਾਡੀ ਪੂਜਾ ਦਾ ਵੀ ਹੱਕਦਾਰ ਹੈ। ਇਹ ਵਟਾਂਦਰਾ ਇਤਨਾ ਨੇਮਬੱਧ ਅਤੇ ਪੱਕਾ ਹੋ ਚੁੱਕਾ ਹੈ ਕਿ ਇਸ ਬਾਰੇ ਅਸੀਂ ਕਦੇ ਸੋਚਦੇ ਹੀ ਨਹੀਂ। ਇਹ ਵਟਾਂਦਰਾ 2 ਪਰਿਵਾਰਾਂ ਤੱਕ ਹੀ ਸੀਮਤ ਨਹੀਂ, ਸਮੁੱਚਾ ਵਿਸ਼ਵ ਇਸ ਦੇ ਘੇਰੇ ਅੰਦਰ ਆਉਂਦਾ ਹੈ। ਜੇ ਕਿਸੇ ਪਰਿਵਾਰ ਕੋਲ ਕੇਵਲ ਧੀਆਂ ਹੀ ਹਨ, ਉਹ ਸਾਰੀਆਂ ਦੇ ਦਿੱਤੀਆਂ ਜਾਣਗੀਆਂ, ਪਰ ਅਗਲੀ ਜਾਂ ਉਸ ਤੋਂ ਅਗਲੀ ਪੀੜ੍ਹੀ ਵਿੱਚ ਜਦੋਂ ਵੀ ਪੁੱਤਰ ਜਨਮ ਲੈਣਗੇ, ਉਹਨਾਂ ਨੂੰ ਕਿਸੇ ਨਾ ਕਿਸੇ ਦੀਆਂ ਧੀਆਂ ਪਤਨੀਆਂ ਵਜੋਂ ਪ੍ਰਾਪਤ ਹੋ ਜਾਣਗੀਆਂ। ਸਮੇਂ ਦੇ ਬੀਤਣ ਨਾਲ ਇਸ ਵਟਾਂਦਰੇ ਦਾ ਖੇਤਰ ਫੈਲ ਕੇ ਸਾਰੀ ਲੋਕਾਈ ਤੱਕ ਪਸਰ ਗਿਆ ਹੈ। ਵਸਤਾਂ ਦੇ ਵਟਾਂਦਰੇ ਉੱਪਰ ਸਾਰੇ ਸੰਸਾਰ ਦਾ ਆਰਥਿਕ ਪ੍ਰਬੰਧ ਉਸਰਿਆ ਹੋਇਆ ਹੈ। ਹਰ ਵਿਅਕਤੀ ਅਜਿਹੇ ਵਟਾਂਦਰੇ ਦੇ ਘੇਰੇ ਵਿੱਚ ਆਉਂਦਾ ਹੈ। ਹਰ ਕਿਸੇ ਨੂੰ ਕੁਝ ਨਾ ਕੁਝ ਖਰੀਦਣ ਦੀ ਲੋੜ ਹੁੰਦੀ ਹੈ ਅਤੇ ਹਰ ਕਿਸੇ ਕੋਲ ਕੁਝ ਨਾ ਕੁਝ ਵੇਚਣ ਲਈ ਹੁੰਦਾ ਹੈ ਅਤੇ ਇਵੇਂ ਦੁਨੀਆ ਦਾ ਕਾਰੋਬਾਰ ਚੱਲ ਰਿਹਾ ਹੈ। ਇਸ ਵਟਾਂਦਰੇ ਦੇ ਮਨੁੱਖੀ ਵਿਵਹਾਰ ਨੂੰ ਨੇਮਬੱਧ ਕੀਤਾ ਹੈ। ਆਲੇ ਦੁਆਲੇ ਝਾਤ ਮਾਰ ਕੇ ਵੇਖੋ, ਹਰ ਵਿਅਕਤੀ ਹਰ ਵੇਲੇ ਵਸਤਾਂ ਦੇ ਵਿਭਿੰਨ ਵਟਾਂਦਰਿਆਂ ਵਿੱਚ ਰੁੱਝਾ ਹੋਇਆ ਹੈ। ਕੋਈ ਆਪਣੀ ਉਪਜ ਵੇਚ ਰਿਹਾ ਹੈ, ਕੋਈ ਆਪਣਾ ਗਿਆਨ ਅਤੇ ਕੋਈ ਆਪਣੀ ਸਰੀਰਕ ਸ਼ਕਤੀ। ਜਦੋਂ ਮਨੁੱਖ ਬਹੁਤ ਛੋਟੇ ਘੇਰੇ ਵਿੱਚ ਰਹਿੰਦਾ ਸੀ ਤਾਂ ਉਸ ਕੋਲ ਵਟਾਂਦਰੇ ਲਈ ਵਸਤਾਂ ਸੀਮਤ ਸਨ। ਜਦੋਂ ਵਸਤਾਂ ਵਿੱਚ ਕੁਝ ਵੰਨ ਸੰਬੰਧਤਾ ਆਈ ਤਾਂ ਵਸਤਾਂ ਬਦਲੇ ਵਸਤਾਂ ਦਾ ਵਟਾਂਦਰਾ ਸੰਭਵ ਹੋਇਆ। ਜਦੋਂ ਆਬਾਦੀਆਂ ਵੱਡੀਆਂ ਹੋ ਗਈਆਂ ਅਤੇ ਵਸਤਾਂ ਭਾਂਤ-ਭਾਂਤ ਦੀਆਂ ਹੋ ਗਈਆਂ ਤਾਂ ਵਸਤਾਂ ਦੇ ਰੁਪਏ ਨਾਲ ਅਤੇ ਰੁਪਏ ਪੈਸੇ ਦਾ ਵਸਤਾਂ ਨਾਲ ਵਟਾਂਦਰਾ ਸੰਭਵ ਹੋਇਆ। ਅਜਿਹੇ ਵਟਾਂਦਰਿਆਂ ਵਿੱਚ ਨਾ ਕੇਵਲ ਤੇਜ਼ੀ ਆਈ, ਸਗੋਂ ਦੂਰ ਦੁਰਾਡੀਆਂ ਥਾਵਾਂ ਨਾਲ ਵਟਾਂਦਰਾ ਕਰਨ ਦੀਆਂ ਸੰਭਾਵਨਾਵਾਂ ਵੀ ਉਪਜੀਆਂ। ਹੁਣ ਵੱਖ-ਵੱਖ ਦੇਸ਼ ਵੱਖ-ਵੱਖ ਨਾਵਾਂ ਵਾਲੀਆਂ ਮੰਡੀਆਂ ਹਨ, ਜਿੱਥੇ ਭਾਂਤ-ਸੁਭਾਂਤੇ ਵਟਾਂਦਰੇ ਹੋ ਰਹੇ ਹਨ। ਸੁਨੇਹਾ ਦਾ ਵਟਾਂਦਰਾ ਸੰਕੇਤਾਂ ਅਤੇ ਭਾਸ਼ਾ ਉੱਤੇ ਉਸਰਿਆ ਹੋਇਆ ਹੈ। ਸੁਨੇਹਾ ਦੇ ਵਟਾਂਦਰੇ ਨਾਲ ਸਮਾਜ ਉਸਰੇ ਹਨ, ਲੈਣ ਦੇਣ ਸੰਭਵ ਹੋਇਆ ਹੈ, ਆਦਾਨ ਪ੍ਰਦਾਨ ਦੀਆਂ ਸੰਭਾਵਨਾਵਾਂ ਉਜਾਗਰ ਹੋਈਆਂ ਹਨ, ਕਲਾ ਅਤੇ ਸਾਹਿਤ ਦਾ ਨਿਰਮਾਣ ਹੋਇਆ ਹੈ। ਸੁਨੇਹਾ ਦੇ ਵਟਾਂਦਰੇ ਵਿੱਚ ਉਹ ਸਾਰੇ ਵਰਤਾਰੇ ਆ ਜਾਂਦੇ ਹਨ ਜਿਨ੍ਹਾਂ ਰਾਹੀਂ ਮਨੁੱਖ ਆਪਣੇ ਦਿਲ, ਮਨ, ਬੁੱਧੀ ਅਤੇ ਭਾਵ, ਸੂਝ ਅਤੇ ਤਰਕ ਦਾ ਲੈਣ ਦੇਣ ਕਰਦਾ ਹੈ। ਜੇ ਸੁਨੇਹਾ ਦਾ ਵਟਾਂਦਰਾ ਸੰਭਵ ਨਾ ਹੁੰਦਾ ਤਾਂ ਮਨੁੱਖ ਦੇ ਨਿਰੰਤਰ ਲੜਦੇ ਝਗੜਦੇ ਰਹਿਣਾ ਸੀ। ਸਭ ਪ੍ਰਕਾਰ ਦਾ ਸੰਚਾਰ ਸੁਨੇਹਾ ਦੇ ਵਟਾਂਦਰੇ ਦੀ ਵਿਉਂਤ ਉੱਤੇ ਉਸਰਿਆ ਹੋਇਆ ਹੈ। ਪਰਉਪਕਾਰ ਦੀ ਬਿਰਤੀ ਵੀ ਇੱਕ ਪ੍ਰਕਾਰ ਦਾ ਵਟਾਂਦਰਾ ਹੈ, ਜਿਹੜਾ ਉਪਰੋਕਤ ਵਟਾਂਦਰਿਆਂ ਦੇ ਸੰਦਰਭ ਵਿੱਚ ਸਹਿਜੇ ਹੀ ਸਮਝਿਆ ਜਾ ਸਕਦਾ ਹੈ। ਪਰਉਪਕਾਰ ਅਜਿਹਾ ਕਾਰਜ ਹੈ
ਜਿਹੜਾ ਕੋਈ ਵਿਅਕਤੀ ਆਪ ਮੁਸ਼ਕਿਲ ਝੱਲ ਕੇ ਜਾਂ ਨੁਕਸਾਨ ਉਠਾ ਕੇ ਜਾਂ ਕਸ਼ਟ ਸਹਿ ਕੇ ਜਾਂ ਕਿਸੇ ਲਈ ਕਰਦਾ ਹੈ। ਅਜਿਹਾ ਕਾਰਜ ਕਰਨਾ ਉਸ ਦੀ ਕੋਈ ਮਜਬੂਰੀ ਨਹੀਂ ਹੁੰਦੀ। ਅਜਿਹਾ ਕਾਰਜ ਨਾ ਕੀਤਿਆਂ ਉਸ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ। ਅਜਿਹਾ ਕਾਰਜ ਕਰਨ ਦੇ ਕੋਈ ਕਾਰਨ ਸਪਸ਼ਟ ਨਹੀਂ ਹੁੰਦੇ, ਪਰ ਅਸੀਂ ਜਾਣਦੇ ਹਾਂ ਕਿ ਕੁਝ ਕਾਰਜਾਂ ਨੂੰ ਅਸੀਂ ਪਰਉਪਕਾਰ ਕਹਿੰਦੇ ਹਾਂ ਅਤੇ ਕੁਝ ਕਾਰਜਾਂ ਨੂੰ ਪਰਉਪਕਾਰ ਨਾਲੋਂ ਨਿਖੇੜਨ ਲਈ ਅਸੀਂ ਉਸ ਨੂੰ ਸਵਾਰਥ ਕਹਿੰਦੇ ਹਾਂ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਮਨੁੱਖ ਦੀ ਬੁਨਿਆਦੀ ਬਿਰਤੀ ਸਵਾਰਥੀ ਹੈ। ਦੂਜੇ ਜੀਵ ਜੰਤੂਆਂ ਵਾਂਗ ਸਵਾਰਥ ਮਨੁੱਖ ਲਈ ਵੀ ਜਿਉਂਦੇ ਰਹਿਣ ਦੀ ਇੱਕ ਵਿਧੀ ਹੈ। ਕੇਵਲ ਪਰਉਪਕਾਰ ਕਰੀ ਜਾਣਾ ਸੰਭਵ ਨਹੀਂ ਹੁੰਦਾ। ਜਿਹੜਾ ਵਿਅਕਤੀ ਜਾਂ ਜੀਵ ਜੰਤੂਆਂ ਦੀ ਜਿਹੜੀ ਨਸਲ ਪੂਰਨ ਭਾਂਤ ਨਿਰਸਵਾਰਥ ਹੋ ਕੇ ਵਿਚਰੇਗੀ ਉਹ ਮਿਟ ਜਾਵੇਗੀ। ਜੇ ਕੋਈ ਵਿਅਕਤੀ ਆਪਣੇ ਆਪ ਨੂੰ ਨਿਰੰਤਰ ਨੁਕਸਾਨ ਪਹੁੰਚਾ ਕੇ ਦੂਜੇ ਦਾ ਭਲਾ ਕਰਦਾ ਜਾਵੇਗਾ ਤਾਂ ਉਹ ਆਪਣੇ ਆਪ ਨੂੰ ਕਮਜ਼ੋਰ ਅਤੇ ਦੂਜਿਆਂ ਨੂੰ ਸ਼ਕਤੀਸ਼ਾਲੀ ਕਰਦਾ ਜਾਵੇਗਾ। ਨਿਰਸੰਦੇਹ ਕਈ ਧਾਰਮਿਕ ਬਿਰਤੀ ਜਾਂ ਪਰੰਪਰਾਗਤ ਸੋਚ ਵਾਲੇ ਵਿਅਕਤੀ ਇਸ ਸੰਕਲਪ ਦੀ ਸੂਖਮਤਾ ਨੂੰ ਨਾ ਸਮਝ ਸਕਣ ਕਾਰਨ ਇਸ ਨਾਲ ਸਹਿਮਤ ਨਹੀਂ ਹੋਣਗੇ। ਕੁਝ ਦੇਣ ਲਈ ਪਹਿਲਾਂ ਕੁਝ ਪ੍ਰਾਪਤ ਕਰਨਾ ਪਵੇਗਾ ਅਤੇ ਕੁਝ ਕਰਨ ਲਈ ਸਵਾਰਥੀ ਹੋਣਾ ਪਵੇਗਾ। ਸੋ ਪਰਉਪਕਾਰ ਤੋਂ ਸਵਾਰਥ ਤੋਂ ਮਗਰੋਂ ਹੀ ਸੰਭਵ ਹੁੰਦਾ ਹੈ। ਕਿਸੇ ਹੋਰ ਦੇ ਸਵਾਰਥੀ ਯਤਨ ਨਾਲ ਇਕੱਠੀ ਕੀਤੀ ਸਮੱਗਰੀ ਦੇ ਆਧਾਰ 'ਤੇ ਪਰਉਪਕਾਰੀ ਹੋਣਾ ਪਰਉਪਕਾਰੀ ਨਹੀਂ, ਉਸ ਨੂੰ ਲੁੱਟਣਾ ਅਤੇ ਆਪਣੇ ਆਪ ਨੂੰ ਧੋਖਾ ਦੇਣਾ ਹੈ। ਸਾਧ ਸੰਤ ਮਹੰਤ ਆਮ ਕਰਕੇ ਦੂਜਿਆਂ ਦੀ ਕਮਾਈ ਉੱਤੇ ਪਰਉਪਕਾਰ ਉਸਾਰਦੇ ਹਨ। ਸਵਾਰਥ ਦੇ ਅਰਥ ਵੀ ਸਪਸ਼ਟ ਕਰਨ ਦੀ ਲੋੜ ਹੈ। ਸਵਾਰਥ ਲਾਲਚ ਨਾਲੋਂ ਵੱਖਰਾ ਵਰਤਾਰਾ ਹੈ। ਸਾਡਾ ਸਾਰਾ ਗਿਆਨ ਧਿਆਨ ਆਪਣੇ ਮਨ ਨਾਲ ਨਿਰਧਾਰਿਤ ਕੀਤੀ ਮੰਜ਼ਿਲ ਵੱਲ ਵਧਣ ਅਤੇ ਆਪਣੇ ਉਦੇਸ਼ ਵਿੱਚ ਸਫਲ ਹੋਣ ਵਿੱਚ ਲੱਗਦਾ ਹੈ। ਆਪਣੇ ਹਿੱਤਾਂ ਪ੍ਰਤੀ ਸੁਚੇਤ ਹੋਣਾ ਸਵਾਰਥ ਹੈ। ਸਵਾਰਥ ਇੱਕ ਉਸਾਰੂ ਬਿਰਤੀ ਹੈ, ਜਦੋਂ ਕਿ ਲਾਲਚ ਵਿੱਚ ਮੰਦ ਭਾਵਨਾ ਹੈ। ਗਿਆਨ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਸਵਾਰਥੀ ਹੋਣਾ ਪਵੇਗਾ। ਘਾਟੇ ਤੋਂ ਬਚਣ ਲਈ ਦੁਕਾਨਦਾਰ ਨੂੰ ਸਵਾਰਥੀ ਬਣਨਾ ਪੈਂਦਾ ਹੈ। ਗੁਜ਼ਾਰਾ ਕਰਨ ਲਈ ਕਿਸਾਨ ਨੂੰ ਸਵਾਰਥ ਹਿੱਤ ਆਪਣੇ ਖੇਤਾਂ ਵਿੱਚੋਂ ਪੰਛੀ ਉਡਾਉਣੇ ਪੈਣਗੇ। ਸਵਾਰਥ ਤਿਆਗ ਦਾ ਪੁੱਠਾ ਪਾਸਾ ਨਹੀਂ, ਸਗੋਂ ਤਿਆਗ ਦੀ ਭਾਵਨਾ ਸਵਾਰਥ ਦੀ ਪੂਰਤੀ ਉਪਰੰਤ ਹੀ ਸੰਭਵ ਹੁੰਦੀ ਹੈ। ਆਪਣੀ ਲੋੜ ਜਿੰਨਾ ਰੱਖ ਕੇ ਬਾਕੀ ਦਾ ਤਿਆਗ ਕਰਨਾ ਪਰਉਪਕਾਰ ਹੈ। ਪਰ ਪਰਉਪਕਾਰ ਤਾਂ ਹੀ ਸੰਭਵ ਹੈ ਜੇ ਕਿਸੇ ਨੂੰ ਤੁਹਾਡੇ ਵੱਲੋਂ ਤਿਆਗੀ ਜਾਣ ਵਾਲੀ ਵਸਤੂ ਦੀ ਲੋੜ ਹੋ। ਜੇ ਤੁਹਾਡਾ ਤਿਆਗ ਕਿਸੇ ਦੀ ਲੋੜ ਪੂਰੀ ਨਹੀਂ ਕਰਦਾ ਤਾਂ ਤੁਹਾਡੇ ਤਿਆਗ ਦਾ ਕੋਈ ਅਰਥ ਨਹੀਂ। ਸਵਾਰਥ ਦੇ ਸੰਕਲਪ ਨੂੰ ਉਦੇਸ਼ ਪੂਰਤੀ ਦੇ ਅਰਥਾਂ ਵਿੱਚ ਸਮਝਣ ਦੀ ਲੋੜ ਹੈ। ਜਦੋਂ ਕੋਈ ਮਨੁੱਖ ਕਿਸੇ ਪ੍ਰਕਾਰ ਦੇ ਪਰਉਪਕਾਰ ਕਰ ਰਿਹਾ ਹੁੰਦਾ ਹੈ ਤਾਂ ਉਹ ਕਿਸੇ ਸਵਾਰਥ ਜਾਂ ਉਦੇਸ਼ ਦੀ ਪੂਰਤੀ ਕਰ ਰਿਹਾ ਹੁੰਦਾ ਹੈ। ਜਿਹੜਾ ਵਿਅਕਤੀ ਆਪਣੀ ਜਾਨ ਨੂੰ ਕੁਰਬਾਨ ਕਰਦਾ ਹੈ ਉਹ ਵਿਅਕਤੀ ਨਿਰਸਵਾਰਥ ਨਹੀਂ ਹੁੰਦਾ। ਮਨੁੱਖੀ ਇਤਿਹਾਸ ਵਿੱਚ ਕਈ ਅਜਿਹੀਆਂ ਸੁੰਦਰ ਅਤੇ ਮਾਣ ਕਰਨਯੋਗ ਉਦਾਹਰਨਾਂ ਮਿਲਦੀਆਂ ਹਨ ਜਦੋਂ ਬਿਨਾਂ ਕਿਸੇ ਸਵਾਰਥ ਦੇ ਮਹਾਨ ਕੁਰਬਾਨੀਆਂ ਕੀਤੀਆਂ ਸਨ। ਪਰ ਬਹੁਤੀਆਂ ਹਾਲਾਤਾਂ ਵਿੱਚ ਇਹ ਹਾਦਸੇ ਸਨ ਅਤੇ ਅਜਿਹੇ ਨਿਰਸਵਾਰਥ ਕੁਰਬਾਨੀਆਂ ਦੀਆਂ ਉਦਾਹਰਨਾਂ ਕੇਵਲ ਮਨੁੱਖੀ ਨਸਲ ਵਿੱਚ ਹੀ ਨਹੀਂ, ਸਗੋਂ ਜੀਵ ਜੰਤੂਆਂ ਦੀਆਂ ਅਨੇਕਾਂ ਨਸਲਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਮਿਲਦੀਆਂ ਹਨ। ਸ਼ਹੀਦ ਵੀ ਕਿਸੇ ਉਦੇਸ਼ ਨੂੰ ਮਿੱਥ ਕੇ ਸ਼ਹੀਦ ਹੁੰਦਾ ਹੈ। ਸੋ ਸ਼ਹੀਦ ਦੇ ਸਵਾਰਥ ਨੂੰ ਅਸੀਂ ਸਵਾਰਥ ਨਹੀਂ ਉਦੇਸ਼ ਕਹਿੰਦੇ ਹਾਂ। ਸ਼ਹੀਦ ਦਾ ਉਦੇਸ਼ ਉੱਚਾ ਹੁੰਦਾ ਹੈ ਅਤੇ ਜਦੋਂ ਉਸ ਦੀ ਪੂਰਤੀ ਆਪਣੀ ਜਾਨ ਤੱਕ ਵਾਰਨ ਦੀ ਉੱਚਤਮ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦਾ ਹੈ ਤਾਂ ਅਸੀਂ ਉਸ ਦੇ ਸਵਾਰਥ ਨੂੰ ਭੁੱਲ ਜਾਂਦੇ ਹਾਂ ਅਤੇ ਉਸ ਦੀ ਮਰਨ ਦੀ ਦਲੇਰੀ ਨੂੰ ਵਡਿਆਉਂਦੇ ਹਾਂ। ਸ਼ਹੀਦ ਹੋਣ ਵਾਲਾ ਵਿਅਕਤੀ ਸ਼ਹੀਦ ਹੋਣ ਤੋਂ ਪਹਿਲਾਂ ਆਪਣੇ ਉਦੇਸ਼ ਨੂੰ ਇਸ ਪੱਧਰ ਤੱਕ ਲੈ ਜਾਂਦਾ ਹੈ ਕਿ ਉਸ ਲਈ ਮਰਨਾ ਲਾਹੇਵੰਦ ਪ੍ਰਤੀਤ ਹੋਣ ਲੱਗਦਾ ਹੈ। ਸ਼ੁਕਰਾਤ ਅਤੇ ਮਨਸੂਰ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ। ਸ਼ਹੀਦ ਆਪਣੇ ਉਦੇਸ਼ ਨਾਲ ਆਪਣੀ ਜਾਨ ਦਾ ਵਟਾਂਦਰਾ ਕਰਦਾ ਹੈ। ਇਹ ਪੜ੍ਹਨਾ ਭਾਵੇਂ ਚੰਗਾ ਨਾ ਲੱਗੇ, ਪਰ ਇਹ ਸੱਚ ਹੈ ਕਿ ਸ਼ਹੀਦ ਕੋਲ ਜੀਵਨ ਜਿਉਣ ਦਾ ਕੋਈ ਨਿਸ਼ਾਨਾ ਨਹੀਂ ਹੁੰਦਾ। ਸੋ ਉਹ ਕੋਈ ਅਜਿਹਾ ਨਿਸ਼ਾਨਾ ਲੱਭਦਾ ਹੈ ਜਿਸ ਲਈ ਮਰਿਆ ਜਾ ਸਕੇ। ਇਵੇਂ ਹੀ ਪਹਾੜਾਂ ਦੀਆਂ ਚੋਟੀਆਂ ਨੂੰ ਸਰ ਕਰਨ ਵਾਲੇ ਜਾਂ ਸਾਗਰਾਂ ਨੂੰ ਤਰ ਕੇ ਪਾਰ ਕਰਨ ਵਾਲੇ ਜਾਂ ਖਤਰਿਆਂ ਵਾਲੇ ਕੰਮ ਕਰਨ ਵਾਲੇ ਵਧੇਰੇ ਤੋਂ ਵਧੇਰੇ ਲੋਕਾਂ ਦਾ ਧਿਆਨ ਖਿੱਚਣ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਂਦੇ ਹਨ। ਅਸੀਂ ਹੀਰ ਰਾਂਝੇ ਜਾਂ ਸੱਸੀ ਪੁੰਨੂ ਜਾਂ ਮਿਰਜ਼ਾ ਸਾਹਿਬਾਂ ਦੇ ਕਿੱਸੇ ਮੰਨਦੇ ਹਾਂ ਅਤੇ ਆਸ਼ਕਾਂ ਦੀ ਪ੍ਰਸ਼ੰਸਾ ਕਰਦੇ ਹਾਂ, ਪਰ ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਅਸੀਂ ਨਹੀਂ ਦੱਸ ਸਕਾਂਗੇ ਕਿ ਅਸੀਂ ਕੀ ਮੰਨਦੇ ਹਾਂ। ਵਾਰਿਸ ਆਪਣੇ ਪਿਆਰ ਦੀ ਅਸਫਲਤਾ ਨੂੰ ਹੀਰ ਰਾਂਝੇ ਦੀ ਦੁਖਾਂਤ ਰਾਹੀਂ ਸਹਿਣਯੋਗ ਬਣਾਉਂਦਾ ਹੈ।
ਜੇ ਕਾਨੂੰਨ ਰਾਹੀਂ ਪੁਸਤਕਾਂ ਉੱਤੇ ਲੇਖਕਾਂ ਦਾ ਨਾਂ ਛਾਪਣ ਦੀ ਪਾਬੰਦੀ ਲੱਗ ਜਾਵੇ ਤਾਂ ਸਾਹਿਤ ਦੀ ਸੇਵਾ ਦਾ ਸੰਕਲਪ ਲੋਪ ਹੋ ਜਾਵੇਗਾ। ਪ੍ਰਸ਼ੰਸਾ, ਪ੍ਰਸਿੱਧੀ, ਮਾਣ, ਸਤਿਕਾਰ, ਇਨਾਮ, ਸਵਾਰਥ ਦੇ ਵੱਖ-ਵੱਖ ਰੂਪ ਹਨ। ਕਿਸੇ ਇੱਕ ਸੰਤ ਸਾਹਮਣੇ ਕਿਸੇ ਇੱਕ ਹੋਰ ਸੰਤ ਦੀ, ਕਿਸੇ ਇੱਕ ਕਲਾਕਾਰ ਸਾਹਮਣੇ ਕਿਸੇ ਦੂਜੇ ਕਲਾਕਾਰ ਦੀ ਪ੍ਰਸ਼ੰਸਾ ਕਰਕੇ ਵੇਖਿਓ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਲੋਕ ਕਿਤਨੇ ਕੁ ਵਿਸ਼ਾਲ ਹਿਰਦੇ ਦੇ ਮਾਲਕ ਹਨ, ਜਦੋਂ ਕਿ ਪਰਉਪਕਾਰ ਦੀਆਂ ਸਭ ਤੋਂ ਵੱਧ ਗੱਲਾਂ ਇਹੀ ਲੋਕ ਕਰਦੇ ਹਨ। ਆਮ ਸਧਾਰਨ ਲੋਕ ਨਿੱਕੇ ਨਿੱਕੇ ਸਵਾਰਥਾਂ ਵਿੱਚ ਗਰਾਸੇ ਹੋਏ ਹੁੰਦੇ ਹਨ, ਸੋ ਇਹ ਵੀ ਉਹਨਾਂ ਦਾ ਸਵਾਰਥ ਹੀ ਹੁੰਦਾ ਹੈ ਕਿ ਵੱਡੇ ਲੋਕਾਂ ਦੀਆਂ ਗੱਲਾਂ ਕਰਕੇ ਆਪ ਵੱਡੇ ਹੋਣ ਦਾ ਭਰਮ ਪਾਲਣ। ਕਿਸੇ ਅੱਗ ਲੱਗੀ ਇਮਾਰਤ ਵਿੱਚੋਂ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਆਪਣੇ ਜਾਂ ਕਿਸੇ ਦੇ ਬੱਚੇ ਨੂੰ, ਆਪਣੇ ਮਿੱਤਰ ਜਾਂ ਕਿਸੇ ਅਜਨਬੀ ਨੂੰ ਕੱਢ ਲਿਆਉਣਾ ਬੜੀ ਬਹਾਦਰੀ ਜਾਂ ਪਰਉਪਕਾਰ ਵਾਲਾ ਕਾਰਜ ਪ੍ਰਤੀਤ ਹੋਵੇਗਾ। ਇਹ ਸੋਚਣ ਵਾਲੀ ਗੱਲ ਹੈ ਕਿ ਇਹ ਕਾਰਜ ਸਾਰੇ ਕਿਉਂ ਨਹੀਂ ਕਰਦੇ। ਇਹ ਪ੍ਰਸ਼ਨ ਦਾ ਉੱਤਰ ਇਹੀ ਹੈ ਕਿ ਸਾਡੇ ਬੱਚੇ ਸਾਡੇ ਤੋਂ ਵੱਖਰੇ ਨਹੀਂ ਹਨ। ਅਸੀਂ ਆਪ ਆਪਣੇ ਬੱਚਿਆਂ ਵਿੱਚ ਹਾਜ਼ਰ ਹੁੰਦੇ ਹਾਂ ਅਤੇ ਅਸੀਂ ਅਗਲੇਰੀ ਸੰਤਾਨ ਰਾਹੀਂ ਆਪਣੇ ਆਪ ਨੂੰ ਵਧੇਰੇ ਚਿਰ ਜਿਉਂਦਾ ਰੱਖਦੇ ਹਾਂ। ਸੋ ਅਸੀਂ ਆਪਣੇ ਬੱਚੇ ਨੂੰ ਨਹੀਂ, ਆਪਣੇ ਆਪ ਨੂੰ ਬਚਾ ਰਹੇ ਹੁੰਦੇ ਹਾਂ। ਇਵੇਂ ਹੀ ਪਹਿਲਾਂ ਮਨੁੱਖ ਕਬੀਲਿਆਂ ਵਿੱਚ ਰਹਿੰਦੇ ਹੁੰਦੇ ਸਨ। ਹਰ ਵਿਅਕਤੀ ਹਰ ਕਿਸੇ ਨੂੰ ਜਾਣਦਾ ਸੀ। ਹਰ ਕਬੀਲੇ ਹੀ ਕੌਮਾਂ ਬਣ ਗਏ ਹਨ। ਸੋ ਜਦੋਂ ਅਸੀਂ ਆਪਣੇ ਮਿੱਤਰ ਜਾਂ ਕਿਸੇ ਅਜਨਬੀ ਨੂੰ ਖਤਰੇ ਵਿੱਚੋਂ ਬਾਹਰ ਕੱਢ ਲਿਆਉਂਦੇ ਹਾਂ ਤਾਂ ਵਾਸਤਵ ਵਿੱਚ ਅਸੀਂ ਕਬੀਲੇ ਦੀ ਰਾਖੀ ਕਰਨ ਦੀ ਭਾਵਨਾ ਅਧੀਨ ਆਪਣੇ ਆਪ ਨੂੰ ਹੀ ਬਚਾ ਰਹੇ ਹੁੰਦੇ ਹਾਂ। ਅਸੀਂ ਕਿਸੇ ਦੇ ਬੱਚੇ ਨੂੰ ਇਸ ਲਈ ਬਚਾਉਂਦੇ ਹਾਂ ਕਿ ਜਦੋਂ ਸਾਡੇ ਬੱਚਿਆਂ ਨਾਲ ਅਜਿਹਾ ਦੁਖਾਂਤ ਵਾਪਰੇ ਤਾਂ ਕੋਈ ਉਹਨਾਂ ਨੂੰ ਬਚਾ ਲਵੇ। ਮੰਗਤੇ ਨੂੰ ਵੀ ਦਾਨ ਇਸ ਭਾਵਨਾ ਅਧੀਨ ਦਿੱਤਾ ਜਾਂਦਾ ਹੈ ਕਿ ਜੇ ਮੇਰੀ ਅਜਿਹੀ ਹਾਲਤ ਹੋ ਜਾਵੇ ਤਾਂ ਮੈਨੂੰ ਵੀ ਦਾਨ ਮਿਲਦਾ ਰਹੇ। ਕਿਸੇ ਵੀ ਬਿਮਾਰ ਦਾ ਹਾਲ ਚਾਲ ਪੁੱਛਣਾ ਵੀ ਇਸੇ ਪ੍ਰਕਾਰ ਦਾ ਵਰਤਾਰਾ ਹੁੰਦਾ ਹੈ। ਅਸੀਂ ਸੋਚਦੇ ਹਾਂ ਕਿ ਜੇ ਕਦੇ ਅਸੀਂ ਬਿਮਾਰ ਪੈ ਜਾਈਏ ਤਾਂ ਸਾਡਾ ਵੀ ਹਾਲ ਚਾਲ ਪੁੱਛਿਆ ਜਾਵੇ। ਅਸੀਂ ਸਮਾਜ ਵਿੱਚ ਅਨੇਕਾਂ ਕੰਮ ਪਰਉਪਕਾਰ ਜਾਂ ਸਨੇਹ ਭਾਵਨਾ ਅਧੀਨ ਨਹੀਂ, ਸਗੋਂ ਰਿਸ਼ਤੇਦਾਰੀ ਦੀ ਮਜਬੂਰੀ ਅਧੀਨ ਕਰਦੇ ਹਾਂ। ਅਜਿਹਾ ਕਾਰਜ ਕਰਨ ਦੀ ਸਾਡੀ ਕੋਈ ਸੁਤੰਤਰ ਰੁਚੀ ਨਹੀਂ ਹੁੰਦੀ। ਕਿਸੇ ਦੀ ਅਰਥੀ ਨਾਲ ਜਾਂ ਕਿਸੇ ਦੇ ਭੋਗ ਉੱਤੇ ਵੀ ਬਹੁਤੀਆਂ ਹਾਲਤਾਂ ਵਿੱਚ ਅਸੀਂ ਮਜਬੂਰੀ ਅਧੀਨ ਜਾਂ ਵਾਰੀ ਲਾਹੁਣ ਜਾਂ ਵਾਰੀ ਚੜ੍ਹਾਉਣ ਲਈ ਜਾਂਦੇ ਹਾਂ। ਸ਼ਗਨ ਦੇਣ ਪਿੱਛੇ ਵੀ ਭਾਵਨਾ ਇਹੀ ਹੁੰਦੀ ਹੈ। ਪਤੀ ਪਤਨੀ ਦਾ ਰਿਸ਼ਤਾ ਵੀ ਇਸੇ ਆਧਾਰ 'ਤੇ ਉਸਰਿਆ ਹੁੰਦਾ ਹੈ। ਪਤੀ ਪਤਨੀ ਨੂੰ ਸੁਰੱਖਿਆ ਦਿੰਦਾ ਹੈ, ਸਾਥ ਮਾਨਣ ਲਈ। ਪਤਨੀ ਪਤੀ ਨੂੰ ਸਾਥ ਦਿੰਦੀ ਹੈ, ਸੁਰੱਖਿਆ ਮਾਨਣ ਲਈ। ਰਿਸ਼ਤੇ ਸਮੇਂ ਪ੍ਰਸ਼ੰਸਾ ਪ੍ਰਾਪਤ ਤੇ ਸਵਾਰਥ ਅਧੀਨ ਕਈ ਲੋਕ ਫੜ ਮਾਰਦੇ ਹਨ ਕਿ ਅਸੀਂ ਆਪਣੀ ਨੂੰਹ ਨੂੰ ਧੀ ਬਣਾ ਕੇ ਰੱਖਾਂਗੇ। ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜੇ ਉਹ ਨੂੰਹ ਵਾਲਾ ਸਤਿਕਾਰ ਹੀ ਦੇਣ ਤਾਂ ਉਹਨਾਂ ਦੀ ਮਿਹਰਬਾਨੀ ਹੋਵੇਗੀ। ਆਪਣੀ ਬੁਨਿਆਦੀ ਲੋੜਾਂ ਪੂਰੀਆਂ ਕਰਨ ਉਪਰੰਤ ਮਨੁੱਖ ਪ੍ਰਸ਼ੰਸਾ ਪ੍ਰਾਪਤੀ ਦੇ ਲੰਮੇ ਸਫ਼ਰ 'ਤੇ ਨਿਕਲਦਾ ਹੈ। ਉਹ ਮਿਹਨਤ ਕਰਦਾ ਹੈ, ਪਰ ਮਿਹਨਤ ਦਾ ਫਲ ਨਾਲ ਲੈਣ ਦੇ ਬਾਵਜੂਦ ਉਹ ਪ੍ਰਸ਼ੰਸਾ ਦਾ ਮੋਹ ਤਿਆਗਦਾ ਹੈ। ਇਹ ਇੱਕ ਅਜਿਹਾ ਸਵਾਰਥ ਹੈ ਜਿਸ ਦੀ ਕੋਈ ਸੀਮਾ ਨਹੀਂ। ਪੂਜਾ ਪਾਠ ਵੀ ਸਵਾਰਥ ਤੋਂ ਮੁਕਤ ਨਹੀਂ। ਪੂਜਾ ਪਾਠ ਤਾਂ ਸਵਾਰਥ ਤੋਂ ਬਿਨਾਂ ਸੰਭਵ ਹੀ ਨਹੀਂ, ਕਿਉਂਕਿ ਪੂਜਾ ਪਾਠ ਤੋਂ ਝੱਟ ਮਗਰੋਂ ਅਸੀਂ ਦੇਵੀ ਦੇਵਤੇ ਅੱਗੇ ਆਪਣੀਆਂ ਮੰਗਾਂ ਦੀ ਸੂਚੀ ਪੜ੍ਹਨ ਲੱਗ ਜਾਂਦੇ ਹਾਂ। ਕਈ ਮੁਕਤੀ ਪ੍ਰਾਪਤ ਲਈ, ਸਵਰਗ ਜਾਣਨ ਲਈ ਜਾਂ ਨਾਸ਼ਮਾਨ ਸੰਸਾਰ ਤੋਂ ਚਲੇ ਜਾਣ ਉਪਰੰਤ ਯਾਦ ਰੱਖੇ ਜਾਣ ਲਈ ਸਾਰਾ ਜੀਵਨ ਦਾਅ 'ਤੇ ਲਾ ਦਿੰਦੇ ਹਨ। ਸੱਚ ਤਾਂ ਇਹ ਹੈ ਕਿ ਮਹਾਨ ਉਹ ਹੈ ਜਿਸ ਦੇ ਦੂਰੋਂ ਦਰਸ਼ਨ ਕੀਤੇ ਜਾਂਦੇ ਹਨ। ਨੇੜੇ ਜਾਣ ਉੱਤੇ ਉਹ ਹਰ ਮਹਾਨ ਪੁਰਸ਼ ਨਿਰਾਸ਼ ਕਰਦਾ ਹੈ। ਮਹਾਨ ਪੁਰਸ਼ਾਂ ਦੀ ਲਾਲਸਾ, ਸਵਾਰਥ ਤੇ ਈਰਖਾ ਵੇਖ ਕੇ ਸਧਾਰਨ ਵਿਅਕਤੀ ਦੰਗ ਹੀ ਨਹੀਂ ਰਹਿ ਜਾਂਦਾ, ਪਰੇਸ਼ਾਨ ਵੀ ਹੋ ਜਾਂਦਾ ਹੈ। ਪਿਆਰ ਦੇ ਅਨੁਭਵ ਵਿੱਚ ਸਾਨੂੰ ਭੁਲੇਖਾ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ। ਵਾਸਤਵ ਵਿੱਚ ਅਸੀਂ ਆਪਣੇ ਆਪ ਨੂੰ ਹੀ ਪਿਆਰ ਕਰਦੇ ਹਾਂ। ਅਸੀਂ ਆਪਣੇ ਆਪ ਨੂੰ ਹੀ ਪਛਾਣਦੇ ਹਾਂ, ਨਿਹਾਰਦੇ ਹਾਂ, ਮਾਣਦੇ ਹਾਂ। ਕਾਮ ਸੰਭੋਗ ਵਿੱਚ ਸਾਨੂੰ ਦੂਜੀ ਧਿਰ ਤੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਕੁਝ ਸਾਡੇ ਅੰਦਰ ਹੀ ਵਾਪਰਦਾ ਹੈ। ਦੂਜੀ ਧਿਰ ਸ਼ੀਸ਼ੇ ਦਾ ਰੋਲ ਨਿਭਾਉਂਦੀ ਹੈ। ਉਸ ਵਿੱਚੋਂ ਅਸੀਂ ਆਪਣੇ ਆਪ ਨੂੰ ਪਛਾਣਨ ਲੱਗਦੇ ਹਾਂ। ਪ੍ਰੇਮੀਆਂ ਵਿੱਚ ਈਰਖਾ ਜਾਂ ਸਵਾਰਥ ਜਾਂ ਸਾੜੇ ਦੀ ਭਾਵਨਾ ਦਾ ਉਲੇਖ ਕਰਨ ਦੀ ਲੋੜ ਨਹੀਂ। ਸਵਾਰਥ ਦੇ ਇਸੇ ਆਧਾਰ ਉੱਤੇ ਅਸੀਂ ਆਪਣੇ ਧਰਮ, ਦੇਸ਼ ਜਾਂ ਬੋਲੀ ਨੂੰ ਪਿਆਰ ਕਰਦੇ ਹਾਂ। ਇਹ ਸਾਡੀ ਪਛਾਣ ਦੇ ਆਧਾਰ ਹਨ।
ਇਹਨਾਂ ਲਈ ਅਸੀਂ ਤਾਂ ਹੀ ਲੜਦੇ ਹਾਂ ਕਿਉਂਕਿ ਇਹਨਾਂ ਦੇ ਖੋਹੇ ਜਾਣ ਉੱਤੇ ਸਾਡੀ ਪਛਾਣ ਮੁੱਕ ਜਾਵੇਗੀ। ਜੰਗ ਵਿੱਚ ਫੌਜੀ ਬਹਾਦਰੀ ਅਧੀਨ ਦੁਸ਼ਮਣ ਨੂੰ ਨਹੀਂ ਮਾਰਦਾ, ਸਗੋਂ ਆਪ ਮਾਰੇ ਜਾਣ ਦੇ ਡਰ ਅਧੀਨ ਦੁਸ਼ਮਣ ਨੂੰ ਮਾਰਦਾ ਹੈ। ਸੱਪ ਨੂੰ ਵੇਖ ਕੇ ਅਸੀਂ ਆਪਣੀ ਜਾਨ ਬਚਾਉਣਾ, ਜਾਨ ਨੂੰ ਬਣਿਆ ਖਤਰਾ ਟਾਲਣ ਦੀ ਇੱਕ ਦੂਜੇ ਸੱਪ ਨੂੰ ਮਾਰਨ ਲਈ ਸਾਥ ਦਿੰਦੇ ਹਾਂ। ਇਹ ਸਾਥ ਦੂਜੇ ਸਾਥਾਂ ਵਾਂਗ ਹੀ ਸਵਾਰਥ ਅਧੀਨ ਹੁੰਦਾ ਹੈ। ਜਦੋਂ ਦੋ ਵਿਅਕਤੀ ਇਕੱਠੇ ਜਾ ਰਹੇ ਹੋਣ ਤਾਂ ਅਚੇਤ ਹੀ ਅਣਬੋਲੇ ਸਮਝੌਤੇ ਅਧੀਨ ਇੱਕ ਦੂਜੇ ਦੇ ਅੰਗ ਰੱਖਿਅਕ ਬਣ ਜਾਂਦੇ ਹਨ। ਕਈ ਵਾਰੀ ਆਪਣੇ ਪਾਲਤੂ ਜਾਨਵਰ ਨੂੰ ਬਚਾਉਣ ਵਾਸਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਇਆ ਜਾਂਦਾ ਹੈ। ਅਜਿਹਾ ਅਸੀਂ ਤਾਂ ਕਰਦੇ ਹਾਂ ਕਿਉਂਕਿ ਉਹ ਜਾਨਵਰ, ਉਦਾਹਰਨ ਵਜੋਂ ਕੁੱਤਾ, ਗਊ, ਮੱਝ ਜਾਂ ਘੋੜਾ ਆਦਿ ਸਾਡੇ ਬੱਚੇ ਜਾਂ ਧੀ ਜਾਂ ਮਾਂ ਜਾਂ ਭਰਾ ਦਾ ਬਦਲ ਹੁੰਦਾ ਹੈ। ਉਸ ਨਾਲ ਸਾਡਾ ਸੰਬੰਧ ਪਰਸਪਰ ਹੁੰਦਾ ਹੈ। ਕਿਸੇ ਹੋਰ ਦੇ ਜਾਨਵਰ ਨੂੰ ਬਚਾਉਣ ਦਾ ਖਤਰਾ ਅਸੀਂ ਮੁੱਲ ਨਹੀਂ ਲੈਂਦੇ। ਨਿਰਾਸ਼, ਉਦਾਸ ਵਿਧਵਾ ਇਸਤਰੀ ਪੂਜਾ ਪਾਠ ਇਸ ਲਈ ਵਧੇਰੇ ਕਰਦੀ ਹੈ ਕਿਉਂਕਿ ਉਹ ਕਦੇ ਨਾ ਵਿਛੜਨ ਵਾਲੇ ਪਰਮਾਤਮਾ ਨੂੰ ਆਪਣਾ ਪਤੀ ਸਮਝ ਕੇ ਆਪਣੇ ਸੁਹਾਗਣ ਹੋਣ ਦਾ ਭਰਮ ਪਾਲਦੀ ਹੈ। ਨਿਰਸੰਤਾਨ ਇਸਤਰੀ ਸਕੂਲ ਖੋਲ੍ਹ ਕੇ ਅਨੇਕਾਂ ਬੱਚਿਆਂ ਦੀ ਮਾਂ ਬਣ ਜਾਂਦੀ ਹੈ। ਕਈ ਲੋਕ ਧਰਮਸ਼ਾਲਾ ਜਾਂ ਹਸਪਤਾਲ ਜਾਂ ਕਾਲਜ ਆਦਿ ਖੋਲ੍ਹ ਕੇ ਆਪਣੇ ਘਰ ਜਾਂ ਪਰਿਵਾਰ ਨੂੰ ਵੱਡਾ ਕਰਨ ਦਾ ਭਰਮ ਪਾਲਦੇ ਹਨ। ਜੀਵਨ ਲਈ ਭਰਮ ਬਹੁਤ ਜ਼ਰੂਰੀ ਹਨ। ਰੱਬ, ਸਵਰਗ, ਮੁਕਤੀ, ਆਤਮਾ ਆਦਿ ਸਾਰੇ ਭਰਮ ਹਨ, ਪਰ ਇਹਨਾਂ ਭਰਮਾਂ ਨੂੰ ਸਾਨੂੰ ਟੇਕ ਤੇ ਧਰਵਾਸ ਦਿੱਤੀ ਹੈ। ਇਸ ਲੇਖ ਦਾ ਉਦੇਸ਼ ਪਰਉਪਕਾਰ ਦੇ ਮਹੱਤਵ ਨੂੰ ਨਕਾਰਨਾ ਨਹੀਂ, ਸਗੋਂ ਸਵਾਰਥ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਸਾਨੂੰ ਦੂਜਿਆਂ ਦੇ ਸਵਾਰਥ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਸਵਾਰਥ ਪੂਰਤੀ ਉਪਰੰਤ ਹੀ ਉਹਨਾਂ ਵਿੱਚ ਪਰਉਪਕਾਰ ਦੀ ਭਾਵਨਾ ਉਪਜੇਗੀ। ਜਿਹੜੇ ਆਪਣੇ ਸਵਾਰਥ ਨੂੰ ਬਹੁਤ ਵਧਾ ਲੈਂਦੇ ਹਨ, ਉਹ ਪਰਉਪਕਾਰ ਦੇ ਅਨੇਕ ਅਵਸਰ ਗਵਾ ਲੈਂਦੇ ਹਨ। ਪਰਉਪਕਾਰ ਕਰਨ ਲਈ ਜ਼ਰੂਰੀ ਹੈ ਕਿ ਸਮਾਜ ਵਿੱਚ ਅਜਿਹੇ ਅਨੇਕਾਂ ਵਿਅਕਤੀ ਹੋਣ ਜਿਨ੍ਹਾਂ ਨੂੰ ਪਰਉਪਕਾਰ ਦੀ ਲੋੜ ਪੈਂਦੀ ਹੈ। ਪਰ ਸਭ ਤੋਂ ਵੱਡਾ ਪਰਉਪਕਾਰ ਤਾਂ ਹੋਵੇਗਾ ਜਿਸ ਉਪਰੰਤ ਕਿਸੇ ਨੂੰ ਕਿਸੇ ਦੇ ਪਰਉਪਕਾਰ ਦੀ ਲੋੜ ਹੀ ਨਹੀਂ ਰਹੇਗੀ। ਹੁਣ ਅਸੀਂ ਸਵਾਰਥ ਦੀ ਰੁਚੀ ਅਧੀਨ ਪਰਉਪਕਾਰ ਕਰਦੇ ਹਾਂ। ਸਾਨੂੰ ਸੰਸਾਰ ਇਸ ਢੰਗ ਨਾਲ ਬਦਲਣਾ ਚਾਹੀਦਾ ਹੈ ਕਿ ਪਰਉਪਕਾਰ ਕਰਨਾ ਹੀ ਸਾਡਾ ਸਵਾਰਥ ਹੋ ਨਿਬੜੇ। ਅਜਿਹੇ ਅਵਸਥਾ ਵਿੱਚ ਸਵਾਰਥ ਅਤੇ ਪਰਉਪਕਾਰ ਦੋਵੇਂ ਲੋਪ ਹੋ ਜਾਣਗੇ ਅਤੇ ਅਸੀਂ ਇੱਕ ਦੂਜੇ ਨੂੰ ਸੁਤੰਤਰ ਵਿਅਕਤੀ ਵਜੋਂ ਬਰਾਬਰੀ ਦੇ ਆਧਾਰ 'ਤੇ ਮਿਲਾਂਗੇ। ਅਜਿਹਾ ਸੰਸਾਰ ਈਰਖਾਵਾਂ ਤੋਂ ਉੱਪਰ ਅਤੇ ਮਜਬੂਰੀਆਂ ਤੋਂ ਮੁਕਤ ਹੋ ਜਾਵੇਗਾ। ਭਾਵੇਂ ਅਜਿਹਾ ਸੰਸਾਰ ਕਦੀ ਵੀ ਸੰਭਵ ਨਾ ਹੋ ਸਕੇ, ਪਰ ਯਤਨ ਕਰਨ ਵਿੱਚ ਕੀ ਹਰਜ਼ ਹੈ। ਅਜਿਹਾ ਕੋਈ ਨਾ ਕੋਈ ਯਤਨ ਕਰਨ ਦੀ ਸਮਰੱਥਾ ਸਾਡੇ ਵਿੱਚੋਂ ਹਰ ਇੱਕ ਵਿੱਚ ਹੈ। ਉਸ ਨੂੰ ਪਛਾਣਨਾ ਆਪਣੇ ਆਪ ਉੱਤੇ ਪਰਉਪਕਾਰ ਹੋਵੇਗਾ। ਜਦੋਂ ਤੱਕ ਅਸੀਂ ਆਪਣੀਆਂ ਨਜ਼ਰਾਂ ਵਿੱਚ ਆਪ ਉੱਚੇ ਨਹੀਂ ਉੱਠਦੇ, ਅਸੀਂ ਸੰਸਾਰ ਦਾ ਕੁਝ ਨਹੀਂ ਸਵਾਰ ਸਕਦੇ। ਅਸੀਂ ਆਪ ਸੋਹਣੇ ਬਣ ਕੇ ਹੀ ਸੰਸਾਰ ਨੂੰ ਸੋਹਣਾ ਬਣਾ ਸਕਦੇ ਹਾਂ। ਸਵਾਰਥ ਅਤੇ ਪਰਉਪਕਾਰ ਦਾ ਉਦੇਸ਼ ਵੀ ਇਹੋ ਹੁੰਦਾ ਹੈ ਕਿ ਸੰਸਾਰ ਸਾਨੂੰ ਸੋਹਣਾ ਸਮਝੇ, ਸਾਨੂੰ ਸਿਆਣਾ ਸਮਝੇ। ਧੰਨਵਾਦ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।